Hello everyone, I hope all you are fine. So today, beta in this lecture, I am going to discuss about the practical application and uses of potentiometer. In the earlier lecture, we have done potentiometer and its principle. And today, we will discuss about the uses of potentiometer. So first use of potentiometer is comparison of EMFs of two cells using potentiometer. ਸੋ ਬੇਟਾ ਇਸ ਲੈਕਚਰ ਦੇ ਵਿੱਚ ਆਪਾਂ ਡਿਫਰੈਂਟ ਐਪਲੀਕੇਸ਼ਨਸ ਨੂੰ ਡਿਸਕਸ ਕਰਾਂਗੇ ਜੋ ਜਿਵੇਂ ਕਿ ਫਰਸਟ ਐਪਲੀਕੇਸ਼ਨ ਔਰ ਯੂਜ਼ ਕੀ ਹੈ ਬੇਟਾ ਕੰਪੇਅਰ ਕਰਾਂਗੇ ਟੂ ਈਐਮਐਫਸ ਨੂੰ ਆਫ ਟੂ ਸੈਲਸ ਯੂਜ਼ਿੰਗ ਪੋਟੈਂਸ਼ੀਓਮੀਟਰ. So for this beta, the circuit diagram of the potentiometer used to compare the EMF of two cells is shown in a figure. ਬੇਟੇ ਹੁਣ ਇਸ ਦੇ ਵਿੱਚ ਕੀ ਕਰਨਾ ਹੈ ਆਪਾਂ ਜੋ ਆਪਾਂ ਨੂੰ ਸਰਕਿਟ ਡਾਇਗਰਾਮ ਹੈ ਉਹ ਗਿਵਨ ਹੈ. ਸਾਰਾ ਡਾਇਗਰਾਮ ਬੇਟਾ ਸੇਮ ਹੋਊਗਾ ਐਜ਼ ਦ ਪੋਟੈਂਸ਼ੀਓਮੀਟਰ. ਹੁਣ ਆਪਾਂ ਕਰਨਾ ਕੀ ਹੈ ਰਾਜੇ EMFs ਨੂੰ ਕੰਪੇਅਰ ਕਰਨਾ ਤਾਂ ਆਪਾਂ ਕੀ ਕਰਾਂਗੇ ਬੇਟੇ ਇੱਥੇ ਦੋ ਸੈਲਸ ਇੰਟਰੋਡਿਊਸ ਕਰ ਦਾਂਗੇ ਫਰੋਮ ਪੁਆਇੰਟ A ਤੋਂ. टू सैल्स ਨੂੰ ਬੇਟੇ ਆਪਾਂ ਇੰਟਰੋਡਿਊਸ ਕਰ ਦਾਂਗੇ ਦੋਨਾਂ ਦੇ ਬੇਟੇ ਡਿਫਰੈਂਟ ਸਵਿਚਸ ਲਗਾ ਕੇ. ਠੀਕ ਹੈ ਜੀ. ਔਰ ਫਰਸਟ ਸਵਿਚ ਦੇ ਥਰੂ ਬੇਟਾ ਆਪਾਂ ਇੱਕ ਰੈਜ਼ਿਸਟੈਂਸ ਨੂੰ ਅਟੈਚ ਕਰਕੇ ਗਲਵੈਨੋਮੀਟਰ ਦੇ ਥਰੂ ਜੋਕੀ ਦੇ ਨਾਲ ਅਟੈਚ ਕਰ ਦਾਂਗੇ. ਠੀਕ ਹੈ ਜੀ. ਸਾਰੇ ਕਨੈਕਸ਼ਨਸ ਬੇਟਾ ਗਿਵਨ ਇਸ ਡਾਇਗਰਾਮ ਦੇ ਵਿੱਚ. ਠੀਕ ਹੈ ਜੀ. A to B ਬੇਟਾ ਥੋੜਾ ਜਿਹਾ ਆਪਾਂ ਪਿਛਲੇ ਵਾਲੇ ਨੂੰ ਡਿਸਕਸ ਕਰ ਲੈਂਦੇ ਹਾਂ. A to B ਕੀ ਸੀ ਬੇਟੇ ਆਪਣੀ ਵਾਇਰ ਸੀ ਜੋ 4 ਮੀਟਰ ਲੈਂਥ ਦੇ ਵਿੱਚ ਸੀ ਉਸਨੂੰ ਆਪਾਂ ਬਿਟਵੀਨ ਦ 2 ਪੁਆਇੰਟਸ A ਐਂਡ B ਬੇਟਾ ਸੀਰੀਜ਼ ਦੇ ਵਿੱਚ ਅਟੈਚ ਕਰਦੇ ਸੀ. ਠੀਕ ਹੈ ਜੀ. ਤਾਂ ਆਪਾਂ ਕੀ ਕੀਤਾ ਫਰੋਮ A ਪੁਆਇੰਟ ਤੋਂ ਬੇਟੇ ਦੋ ਸੈਲਸ ਨੇ ਜਿਨ੍ਹਾਂ ਦਾ EMF ਇੱਕ ਦਾ ਐਪਸਿਲਨ 1 ਹੈ ਔਰ ਇੱਕ ਦੂਸਰੇ ਦਾ ਐਪਸਿਲਨ 2 ਹੈ ਉਸਨੂੰ ਇੰਟਰੋਡਿਊਸ ਕਰਤਾ. ਐਪਸਿਲਨ 1 ਨੂੰ ਬੇਟਾ ਥਰੂ S1 ਸਵਿਚ ਦੇ ਆਪਾਂ ਅਟੈਚ ਕੀਤਾ. ਐਪਸਿਲਨ 2 ਨੂੰ ਥਰੂ S2 ਸਵਿਚ ਦੇ ਨਾਲ ਅਟੈਚ ਕੀਤਾ. S1 ਸਵਿਚ ਹੈ ਬੇਟਾ ਉਸਦਾ ਇੱਕ ਐਂਡ ਆਪਾਂ ਅੱਗੇ ਅਟੈਚ ਕਰਤਾ ਰੈਜ਼ਿਸਟੈਂਸ ਦੇ ਨਾਲ. another end of resistance is attached to the galvanometer's another end is attached to the jockey and jockey which is pressed on the wire on the different parts. now ਬੇਟੇ ਜੋ ਕਨੈਕਸ਼ਨ ਸੀ ਉਹ ਸਾਨੂੰ ਪਤਾ ਹੈ ਕਿ ਇਸ ਟਾਈਪ ਦੇ ਆਪਾਂ ਕਨੈਕਸ਼ਨਸ ਨੇ ਉਹ ਲਗਾਉਣੇ ਨੇ ਕੰਪੇਅਰ ਕਰਨ ਦੇ ਲਈ EMF ਨੂੰ. ਬੇਟੇ ਹੁਣ ਜਦੋਂ ਆਪਾਂ ਕੰਪੇਅਰ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਚੈਕਿੰਗ ਕਰਾਂਗੇ ਆਪਣੇ ਕਨੈਕਸ਼ਨਸ ਦੀ ਕਿ ਜੋ ਸਾਡੇ ਕਨੈਕਸ਼ਨਸ ਹੈ ਵੈਦਰ ਇਟ ਇਜ਼ ਕਰੈਕਟ ਔਰ ਨੋਟ. ਠੀਕ ਹੈ ਜੀ. ਤਾਂ ਹੁਣ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਬੇਟੇ ਜੋ ਸਵਿਚ S1 ਸੀ ਕਲੋਜ਼ ਸਵਿਚ S1. ਨਾਓ ਬੇਟੇ ਆਪਾਂ ਕੀ ਕਰਾਂਗੇ ਜਦੋਂ S1 ਸਵਿਚ ਨੂੰ ਆਪਾਂ ਕਲੋਜ਼ ਕਰ ਦਾਂਗੇ ਤਾਂ ਬੇਟੇ ਜਦੋਂ ਅਸੀਂ ਜੋਕੀ ਨੂੰ ਪ੍ਰੈਸ ਕਰਾਂਗੇ ਐਟ ਪੁਆਇੰਟ B ਦੇ ਉੱਤੇ ਤਾਂ ਆਪਾਂ ਡਿਫਲੈਕਸ਼ਨ ਨੋਟ ਕਰਾਂਗੇ ਗਲਵੈਨੋਮੀਟਰ ਦੀ. ਠੀਕ ਹੈ ਜੀ. ਨਾਓ ਅਗੇਨ ਬੇਟਾ ਫਿਰ ਆਪਾਂ ਕੀ ਕਰਨਾ ਹੈ ਪ੍ਰੈਸ ਕਰਨੀ ਹੈ ਜੋਕੀ ਐਟ ਪੁਆਇੰਟ A ਦੇ ਉੱਤੇ. ਫਿਰ ਆਪਾਂ A ਦੇ ਉੱਤੇ ਪ੍ਰੈਸ ਕੀਤੀ ਬੇਟਾ. ਆਪਾਂ ਹੁਣ ਦੇਖਾਂਗੇ ਕਿ ਦੋਨੋਂ ਡਿਫਲੈਕਸ਼ਨਸ ਜਿਹੜੀਆਂ ਨੇ ਉਹ ਇੱਕ ਦੂਜੇ ਦੇ ਅਪੋਜ਼ਿਟ ਨੇ. ਸਪੋਜ਼ ਜਦੋਂ ਬੇਟਾ ਆਪਾਂ B ਪੁਆਇੰਟ ਦੇ ਉੱਤੇ ਰੱਖ ਕੇ ਚੈੱਕ ਕੀਤਾ ਸੀ ਤਾਂ ਆਪਾਂ ਸਪੋਜ਼ ਕੀਤਾ ਕਿ ਉਹ ਡਿਫਲੈਕਸ਼ਨ ਕੀ ਸੀ ਬੇਟਾ ਲੈਫਟ ਸਾਈਡ 'ਤੇ ਸੀਗੀ. ਕਲੀਅਰ. ਆਫਟਰ ਦੈਟ ਜਦੋਂ ਅਸੀਂ A ਪੁਆਇੰਟ ਦੇ ਉੱਤੇ ਜੋਕੀ ਨੂੰ ਰੱਖ ਕੇ ਗਲਵੈਨੋਮੀਟਰ ਦੀ ਡਿਫਲੈਕਸ਼ਨ ਨੂੰ ਸ਼ੋ ਕੀਤਾ ਤਾਂ ਉਹ ਟੂਵਰਡਸ ਕੀ ਹੋਈ ਰਾਈਟ ਹੋਈ. ਠੀਕ ਹੈ ਜੀ. ਤਾਂ ਦੋਨੋਂ ਕੀ ਹੋਈਆਂ ਬੇਟੇ ਆਪਸ ਦੇ ਵਿੱਚ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਡਿਫਲੈਕਸ਼ਨਸ ਹੋਈਆਂ. ਇਟ ਮੀਨਸ ਜੋ ਸਾਡਾ ਸਰਕਿਟ ਹੈ ਬੇਟਾ ਉਹ ਕੀ ਹੈ ਕਰੈਕਟ ਹੈ. ਸਾਡੇ ਕਨੈਕਸ਼ਨਸ ਕੀ ਨੇ ਕਰੈਕਟ ਨੇ. ਸਿਮਿਲਰਲੀ ਬੇਟੇ ਆਪਾਂ ਫਿਰ ਸੈਕਿੰਡਲੀ ਕੀ ਕਰਾਂਗੇ ਸਵਿਚ S2 ਨੂੰ ਕਲੋਜ਼ ਕਰਾਂਗੇ. ਸੇਮ ਪ੍ਰੋਸੈਸ ਬੇਟਾ ਅਗੇਨ ਅਸੀਂ ਕਰਾਂਗੇ ਚੈੱਕ ਕਰਾਂਗੇ ਪੁਆਇੰਟ B ਦੇ ਉੱਤੇ ਔਰ ਪੁਆਇੰਟ A ਦੇ ਉੱਤੇ ਔਰ ਚੈੱਕ ਕਰਾਂਗੇ ਕਿ ਦੋਨਾਂ ਦੀਆਂ ਡਿਫਲੈਕਸ਼ਨਸ ਅਪੋਜ਼ਿਟ ਨੇ ਤਾਂ ਇਟ ਮੀਨਸ ਬੇਟਾ ਜੋ ਹੋਲ ਕਨੈਕਸ਼ਨਸ ਨੇ ਉਹ ਸਾਡੇ ਕੀ ਨੇ ਸਹੀ ਨੇ. ਠੀਕ ਹੈ ਜੀ. ਇਸ ਤੋਂ ਬਾਅਦ ਆਪਾਂ ਕੰਪੇਅਰ ਕਰਾਂਗੇ ਬੇਟੇ EMFs ਨੂੰ. ਹੁਣ ਉਹਦੇ ਵਾਸਤੇ ਕੀ ਕਰਾਂਗੇ ਬੇਟੇ ਥੋਰੋਲੀ ਪਹਿਲਾਂ ਦੱਸਦੀ ਹਾਂ ਫਿਰ ਆਪਾਂ ਸਟੈਪ ਬਾਏ ਸਟੈਪ ਕਰਾਂਗੇ. ਪਹਿਲਾਂ ਕੀ ਕਰਾਂਗੇ ਰਾਜੇ ਅਸੀਂ S1 ਨੂੰ ਕਲੋਜ਼ ਕਰ ਦਾਂਗੇ. ਇਟ ਮੀਨਸ ਐਪਸਿਲਨ 1 ਜੋ EMF ਹੈ ਬੇਟਾ ਉਹ ਸਾਡੇ ਸਰਕਿਟ ਦੇ ਵਿੱਚ ਇੰਟਰੋਡਿਊਸ ਕਰ ਜੂਗਾ. ਉਹਦੇ ਕੋਰਸਪੋਂਡਿੰਗ ਬੇਟਾ ਆਪਾਂ ਜੋਕੀ ਨੂੰ ਪ੍ਰੈਸ ਕਰਕੇ ਇੱਕ J ਪੁਆਇੰਟ ਫਾਈਂਡ ਆਊਟ ਕਰ ਲਿਆ ਜਿੱਥੇ ਗਲਵੈਨੋਮੀਟਰ ਨੇ ਕੋਈ ਵੀ ਡਿਫਲੈਕਸ਼ਨ ਨੂੰ ਸ਼ੋ ਨਹੀਂ ਕੀਤਾ. ਤਾਂ ਉਹਦੇ ਕੋਰਸਪੋਂਡਿੰਗ ਐਪਸਿਲਨ ਆ ਗਿਆ ਬੇਟਾ. ਅਗੇਨ ਫਿਰ ਕੀ ਕਰਾਂਗੇ ਸੈਕਿੰਡ ਸਟੈਪ ਕੀ ਹੋਊਗਾ ਸਾਡਾ ਬੇਟਾ ਇਸ ਨੂੰ ਆਪਾਂ ਓਪਨ ਕਰ ਦਾਂਗੇ ਸਵਿਚ 2 ਨੂੰ ਕੀ ਕਰ ਦਾਂਗੇ ਕਲੋਜ਼ ਕਰ ਦਾਂਗੇ. ਇਟ ਮੀਨਸ ਬੇਟਾ ਐਪਸਿਲਨ 2 ਜੋ ਹੋਊਗਾ ਉਹ ਇੰਟਰੋਡਿਊਸ ਹੋ ਜਾਊਗਾ ਸਰਕਿਟ ਦੇ ਵਿੱਚ. then again we will find a point on which galvanometer shows no deflection. ਤਾਂ ਆਪਾਂ ਸਪੋਜ਼ ਕਰ ਲਿਆ ਕਿ ਉਹ J ਡੈਸ਼ ਸੀਗਾ ਤਾਂ ਉਹਦਾ ਕੀ ਆ ਜਾਊਗਾ ਬੇਟਾ ਐਪਸਿਲਨ 2 ਆ ਜਾਊਗਾ. ਸੈਕਿੰਡ ਕੇਸ ਦੇ ਵਿੱਚ ਦੋਨੋਂ ਦੇ EMFs ਆ ਗਏ ਬੇਟਾ. ਜਨਰਲੀ ਜਦੋਂ ਆਪਾਂ ਕੰਪੇਅਰ ਕਰਦੇ ਆ ਤਾਂ ਆਪਾਂ ਰੇਸ਼ੋ ਲੈਂਦੇ ਆ. ਐਟ ਦਾ ਐਂਡ ਆਪਾਂ ਰੇਸ਼ੋ ਲੈ ਕੇ ਬੇਟੇ ਉਹਨਾਂ ਨੂੰ ਕੰਪੇਅਰ ਕਰ ਦਾਂਗੇ. ਤਾਂ ਸਵਿਚ ਸਟੈਪ 1 ਸੌਰੀ ਕਲੋਜ਼ ਕੀਤਾ ਬੇਟਾ ਸਵਿਚ S1. ਇਟ ਮੀਨਸ ਐਪਸਿਲਨ 1 ਇਜ਼ brought in the circuit.
By moving the jockey J on different parts of the wire, we find a point, say J, on which galvanometer shows no deflection. ਤਾਂ ਬੇਟਾ ਜਦੋਂ ਅਸੀਂ ਇਸ ਪੁਆਇੰਟ ਨੂੰ ਫਾਈਂਡ ਆਊਟ ਕਰ ਲੈਂਦੇ ਹਾਂ ਤਾਂ ਇਸਦਾ ਕੀ ਮਤਲਬ ਹੁੰਦਾ ਕਿ ਉਸ ਪੁਆਇੰਟ ਦੇ ਉੱਤੇ ਕੋਈ ਵੀ ਕਰੰਟ ਫਲੋ ਨਹੀਂ ਕਰ ਰਿਹਾ। ਅਗਰ ਕਰੰਟ ਫਲੋ ਨਹੀਂ ਕਰ ਰਿਹਾ ਤਾਂ A ਔਰ J ਦਾ ਜੋ ਪੋਟੈਂਸ਼ੀਅਲ ਡਿਫਰੈਂਸ ਹੋਊਗਾ ਉਹ ਕੀ ਹੋਊਗਾ ਬੇਟੇ, ਇਕੁਅਲ ਹੋਊਗਾ। ਔਰ ਉਹ ਕਿਸ ਦੇ ਇਕੁਅਲ ਹੋਊਗਾ, EMF ਦੇ ਇਕੁਅਲ ਹੋਊਗਾ। ਤਾਂ ਫਿਰ ਬੇਟੇ ਆਪਾਂ ਕੀ ਕੀਤਾ, ਐਟ ਦਿਸ ਸਟੇਜ ਜੋ ਪੋਟੈਂਸ਼ੀਅਲ ਡਿਫਰੈਂਸ ਸੀਗਾ ਬਿਟਵੀਨ A ਐਂਡ J ਇਕੁਅਲ ਹੋ ਜਾਊਗਾ ਬੇਟੇ ਕਿਸ EMF ਦੇ, ਐਪਸਿਲਨ 1 ਦੇ। ਤਾਂ ਐਪਸਿਲਨ 1 ਕੀ ਆ ਗਿਆ ਬੇਟਾ, VAG ਆ ਗਿਆ। ਨਾਓ ਬੇਟੇ ਵੀ ਆਲਸੋ ਨੋ ਦੈਟ ਅਕੋਰਡਿੰਗ ਟੂ ਦ ਪ੍ਰਿੰਸੀਪਲ ਆਫ ਪੋਟੈਂਸ਼ੀਓਮੀਟਰ, potential difference is directly proportional to the length of the wire। ਆਪਾਂ ਸਪੋਜ਼ ਕਰ ਲਿਆ ਕਿ A ਔਰ J ਪੁਆਇੰਟ ਦੇ ਵਿੱਚ ਬੇਟਾ ਜੋ ਵਾਇਰ ਦੀ ਲੈਂਥ ਸੀ ਉਹ ਕਿੰਨੀ ਹੈ, L1 ਹੈ। ਇਟ ਮੀਨਸ VAJ ਪ੍ਰਪੋਰਸ਼ਨਲ ਟੂ L1 ਆ ਗਿਆ ਬੇਟਾ। ਪ੍ਰਪੋਰਸ਼ਨਲ ਨੂੰ ਹਟਾ ਕੇ ਆਪਾਂ ਕੌਨਸਟੈਂਟ ਲਗਾਇਆ KL1। ਹੁਣ VAJ ਇਕੁਅਸ ਟੂ ਕਿਹਦੇ ਆ ਗਿਆ ਬੇਟੇ, KL1 ਦੇ। ਆਪਾਂ ਉੱਪਰ ਕੀ ਕੀਤਾ ਸੀ ਇਕੁਏਸ਼ਨ 1 ਦੇ ਵਿੱਚ ਕਿ ਐਪਸਿਲਨ 1 ਕੀ ਹੈ ਬੇਟਾ, VAJ ਦੇ। ਤਾਂ ਇਟ ਮੀਨਸ ਐਪਸਿਲਨ 1 ਇਕੁਅਸ ਟੂ KL1। ਤਾਂ ਬੇਟਾ ਇਹ ਆਪਣੇ ਕੋਲ ਫਸਟ ਸੈੱਲ ਦਾ ਜੋ EMF ਸੀ ਉਹ ਆ ਗਿਆ। ਨਾਓ ਸੈਕਿੰਡ ਕੇਸ, ਹੁਣ ਬੇਟੇ ਆਪਾਂ S1 ਨੂੰ ਸਵਿਚ ਨੂੰ ਓਪਨ ਕਰਤਾ, ਕਲੋਜ਼ ਕਰਾਂਗੇ ਸਵਿਚ S2 ਨੂੰ। It means EMF epsilon 2 is brought in the circuit. Again we find beta J dash point on which galvanometer shows no deflection. It means A and J is equal to the epsilon 2. The epsilon 2 की आ गया बेटा VAJ1 J dash. Again beta according to principle of potentiometer VAJ dash proportional to L2। आप L2 suppose कर ले बेटे किस दे विच कितना डिफरेंट पॉइंट्स ਦੇ ਵਿੱਚ ਲੈਂਥ ਹੈ ਬੇਟੇ A ਔਰ J ਡੈਸ਼ ਦੇ। ਤਾਂ ਆਪਣੇ ਕੋਲ ਕੀ ਆ ਗਿਆ KL2 ਬੇਟਾ, ਔਰ VAJ ਡੈਸ਼ ਆਪਾਂ ਕਰਕੇ ਆਏ ਬੇਟੇ ਐਪਸਿਲਨ 2 ਦੇ ਇਕੁਅਲ ਹੈ। ਤਾਂ ਇਟ ਮੀਨਸ ਐਪਸਿਲਨ 2 ਕੀ ਆ ਗਿਆ ਬੇਟੇ, KL2 ਆ ਗਿਆ। ਨਾਓ ਬੇਟੇ ਡਿਵਾਈਡ ਦਾ ਬੋਥ ਇਕੁਏਸ਼ਨਸ, ਐਪਸਿਲਨ 1 ਬਾਈ ਐਪਸਿਲਨ 2 ਇਕੁਅਲਸ ਟੂ L1 ਬਾਈ L2। ਤਾਂ ਬੇਟਾ ਇਸ ਤਰ੍ਹਾਂ ਆਪਾਂ ਇਹਨਾਂ EMFs ਨੂੰ ਕੰਪੇਅਰ ਕਰਾਂਗੇ। ਬਾਈ ਨੋਇੰਗ ਦ ਵੈਲਿਊਜ਼ ਆਫ L1 L2 ਵੀ ਕੈਨ ਫਾਈਂਡ ਦ ਐਪਸਿਲਨ ਬਾਈ ਐਪਸਿਲਨ 2। ਤਾਂ ਇਸ ਟਾਈਪ ਦੇ ਨਾਲ ਬੇਟੇ ਅਸੀਂ ਇਸ ਨੂੰ ਫਾਈਂਡ ਕਰ ਲਾਂਗੇ, ਕੰਪੇਅਰ ਕਰ ਲਾਂਗੇ EMFs ਨੂੰ। ਹੁਣ ਵਨ ਮੋਰ ਕੁਐਸਚਨ ਬੇਟਾ, EMF ਆਫ ਦ ਡਰਾਈਵਰ ਔਰ ਮੇਨ battery should be higher than the EMF of each cell being compared to obtain the balance point। ਬੇਟੇ ਉਹ ਬੋਲ ਰਹੇ ਕਿ ਜੋ ਤੁਹਾਡੀ ਬੈਟਰੀ ਹੈ ਨਾ ਮੇਨ, ਜੋ ਸਾਡਾ ਸੋਰਸ ਆਫ EMF ਆਪਾਂ ਅਟੈਚ ਕੀਤਾ ਸਰਕਿਟ ਦੇ ਵਿੱਚ, ਉਸ ਦਾ EMF ਬੇਟੇ ਆਲਵੇਜ਼ ਹਾਈ ਹੋਣਾ ਚਾਹੀਦਾ। ਕਿਸ ਤੋਂ ਹਾਈ ਹੋਣਾ ਚਾਹੀਦਾ, ਉਹ ਸੈੱਲ ਬੇਟੇ ਜਿੰਨੇ ਦੋ ਸੈੱਲਸ ਦਾ ਅਸੀਂ EMF ਨੂੰ ਕੰਪੇਅਰ ਕਰਨਾ ਹੈ। ਦੈਨ ਹੀ ਪੋਸੀਬਲ ਹੈ ਕਿ ਬੇਟੇ ਆਪਾਂ ਬੈਲੈਂਸ ਪੁਆਇੰਟ ਨੂੰ ਓਬਟੇਨ ਕਰ ਪਾਵਾਂਗੇ। ਅਦਰਵਾਈਜ਼ ਬੇਟੇ ਸਾਡੇ ਕੋਲ ਬੈਲੈਂਸ ਪੁਆਇੰਟ ਹੈ ਜਿਹੜਾ ਉਹ ਓਬਟੇਨ ਨਹੀਂ ਹੋਊਗਾ। ਨੈਕਸਟ ਇਜ਼ ਇੰਪੋਰਟੈਂਟ ਪੁਆਇੰਟਸ ਟੂ ਰਿਮੈਂਬਰ। To obtain null point, the positive terminal of the driving cell and the cell whose EMF is to be determined must be connected to the zero end of the potentiometer wire। ਬੇਟਾ ਬਹੁਤ ਇੰਪੋਰਟੈਂਟ ਪੁਆਇੰਟਸ ਨੇ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਫਰਸਟ ਪੁਆਇੰਟ ਕੀ ਹੈ ਰਾਜੇ, ਕਿ ਅਗਰ ਆਪਾਂ ਨਲ ਪੁਆਇੰਟ ਨੂੰ ਓਬਟੇਨ ਕਰਨਾ ਹੈ ਤਾਂ ਕੀ ਹੋਣਾ ਚਾਹੀਦਾ, ਜੋ ਪੋਜ਼ੀਟਿਵ ਟਰਮੀਨਲ ਹੈ ਕਿਸ ਦਾ ਬੇਟੇ, ਸਾਡੀ ਮੇਨ ਸੋਰਸ ਆਫ EMF ਮੀਨਸ ਸਾਡੀ ਬੈਟਰੀ ਦਾ, ਔਰ ਜਿਸ ਸੈੱਲ ਦਾ ਅਸੀਂ ਬੇਟੇ EMF ਨੂੰ ਡਿਟਰਮਿਨ ਕਰ ਰਹੇ ਹਾਂ ਜਾਂ ਕੰਪੇਅਰ ਕਰ ਰਹੇ ਹਾਂ ਉਸ ਦਾ ਬੇਟਾ ਜੋ ਐਂਡ ਹੈ ਉਹ ਪੋਜ਼ੀਟਿਵ ਟਰਮੀਨਲ ਹੈ, ਜੋ ਉਹ ਜ਼ੀਰੋ ਐਂਡ ਦੇ ਨਾਲ ਬੇਟਾ ਅਟੈਚ ਹੋਣਾ ਚਾਹੀਦਾ। ਤਾਂ ਹੀ ਬੇਟੇ ਆਪਾਂ ਸਰਕਿਟ ਡਾਇਗ੍ਰਾਮ ਨੂੰ ਆਪਾਂ ਦੇਖੀਏ ਤਾਂ ਉਸ ਦੇ ਵਿੱਚ ਆਪਾਂ A ਪੁਆਇੰਟ ਤੋਂ ਬੇਟੇ ਜਿਹੜੇ ਦੋਨੋਂ ਸਾਡੇ EMF ਸੀਗੇ, ਦੋਨੋਂ ਸੈੱਲ ਸੀਗੇ, ਉਹਨਾਂ ਨੂੰ ਅਟੈਚ ਕੀਤਾ ਸੀ। ਤਾਂ ਆਲਵੇਜ਼ ਬੇਟਾ ਜ਼ੀਰੋ ਐਂਡ 'ਤੇ ਉਹਨਾਂ ਨੂੰ ਤੁਸੀਂ ਅਟੈਚ ਕਰੋਗੇ। Next, if one of the EMF has a standard value, then the potentiometer can be used to find the absolute EMF of unknown cell। ਬੇਟਾ ਉਹ ਬੋਲ ਰਿਹਾ ਕਿ ਅਗਰ ਦੋਨਾਂ ਦੇ ਵਿੱਚੋਂ ਇੱਕ EMF ਸਾਨੂੰ ਇੱਕ EMF ਦੀ ਜੋ ਵੈਲਿਊ ਹੈ ਸਟੈਂਡਰਡ ਵੈਲਿਊ ਹੈ, ਨੋਨ ਵੈਲਿਊ ਹੈ, ਤਾਂ ਜੋ ਪੋਟੈਂਸ਼ੀਓਮੀਟਰ ਹੈ ਨਾ ਉਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਫਾਈਂਡ ਕਰਨ ਲਈ ਐਬਸਲਿਊਟ EMF ਆਫ ਅਨਨੋਨ ਸੈੱਲ। ਥਰਡ, sometime a high resistance is used in series with galvanometer to prevent high current flowing
from flowing through it because galvanometer can be damaged when a large current pass through it। ਬੇਟੇ ਸਮਟਾਈਮਸ ਅਸੀਂ ਕੀ ਹੈ ਗਲਵੈਨੋਮੀਟਰ ਦੇ ਸੀਰੀਜ਼ ਦੇ ਵਿੱਚ ਅਸੀਂ ਇੱਕ ਹਾਈ ਰੈਜ਼ਿਸਟੈਂਸ ਨੂੰ ਇੰਟਰੋਡਿਊਸ ਕਰ ਦਿੰਦੇ ਹਾਂ। ਉਹ ਕਿਉਂ ਕਰਦੇ ਹਾਂ ਬੇਟਾ, ਅਗਰ ਹਾਈ ਰੈਜ਼ਿਸਟੈਂਸ ਹੋਊਗੀ ਤਾਂ ਕਰੰਟ ਫਲੋ ਨਹੀਂ ਕਰੂਗਾ। ਅਗਰ ਬੇਟਾ ਜ਼ਿਆਦਾ ਕਰੰਟ ਫਲੋ ਕਰੂਗਾ, ਹਾਈ ਕਰੰਟ ਫਲੋ ਕਰ ਜੂਗਾ ਗਲਵੈਨੋਮੀਟਰ ਦੇ ਥਰੂ, ਤਾਂ ਬੇਟਾ ਉਹ ਕੀ ਹੈ ਗਲਵੈਨੋਮੀਟਰ ਨੂੰ ਡੈਮੇਜ ਕਰ ਦੂਗਾ। ਬਿਕਾਜ਼ ਬੇਟਾ ਆਪਾਂ ਪੋਟੈਂਸ਼ੀਓਮੀਟਰ ਦੇ ਵਿੱਚ ਉਹੀ ਪੁਆਇੰਟ ਨੂੰ ਫਾਈਂਡ ਆਊਟ ਕਰਦੇ ਹਾਂ ਜਿਸ ਦੀ ਜਗ੍ਹਾ 'ਤੇ ਆ ਕੇ ਗਲਵੈਨੋਮੀਟਰ ਦੇ ਵਿੱਚ ਕੋਈ ਵੀ ਕਰੰਟ ਹੈ ਜਿਹੜਾ ਉਹ ਫਲੋ ਨਹੀਂ ਕਰਦਾ ਹੈਗਾ। ਠੀਕ ਹੈ ਜੀ, ਤਾਂ ਇਸ ਕਰਕੇ ਬੇਟਾ ਸਮਟਾਈਮਸ ਅਸੀਂ ਹਾਈ ਰੈਜ਼ਿਸਟੈਂਸ ਨੂੰ ਇੰਟਰੋਡਿਊਸ ਕਰ ਦਿੰਦੇ ਹਾਂ ਸੀਰੀਜ਼ ਦੇ ਵਿੱਚ ਵਿਦ ਗਲਵੈਨੋਮੀਟਰ। ਨੈਕਸਟ ਐਪਲੀਕੇਸ਼ਨ ਇਜ਼ determination of internal resistance of a cell using potentiometer। ਤਾਂ ਬੇਟਾ ਆਪਾਂ ਪੋਟੈਂਸ਼ੀਓਮੀਟਰ ਨੂੰ ਯੂਜ਼ ਕਰਕੇ ਕਿਸੇ ਵੀ ਸੈੱਲ ਦਾ ਇੰਟਰਨਲ ਰੈਜ਼ਿਸਟੈਂਸ ਫਾਈਂਡ ਆਊਟ ਕਰ ਸਕਦੇ ਹਾਂ। ਉਸ ਦੇ ਵਾਸਤੇ ਬੇਟਾ ਜੋ ਅਰੇਂਜਮੈਂਟ ਹੈ ਸਾਨੂੰ ਇਹ ਗਿਵਨ ਹੈ। ਠੀਕ ਹੈ ਜੀ ਬੇਟੇ, ਉੱਪਰ ਜੋ ਸੀਗਾ ਉਹ ਸਾਰਾ ਕੀ ਹੁੰਦਾ ਸੇਮ ਹੁੰਦਾ ਹੈ। ਜੋ ਏ ਐਂਡ ਤੋਂ ਹੁੰਦਾ ਬੇਟੇ ਉਹਦੇ ਵਿੱਚ ਆਪਾਂ ਕਿਸੇ ਵੀ ਸੈੱਲ ਨੂੰ ਇੰਟਰੋਡਿਊਸ ਕਰਦੇ ਹਾਂ। ਤਾਂ ਆਪਾਂ ਇਹ ਸੈੱਲ ਲਗਾਇਆ ਬੇਟੇ, ਸੈੱਲ ਦੇ ਨਾਲ ਹੀ ਆਪਾਂ ਇੱਕ ਰੈਜ਼ਿਸਟੈਂਸ ਨੂੰ ਅਟੈਚ ਕੀਤਾ, ਰੈਜ਼ਿਸਟੈਂਸ ਨੂੰ ਬੇਟਾ ਥਰੂ ਕੀ ਕਨੈਕਟ ਕਰਤਾ। ਠੀਕ ਹੈ ਜੀ, ਇਹ ਗਲਵੈਨੋਮੀਟਰ ਐਜ਼ ਇਟ ਇਜ਼ ਅਟੈਚ ਕਰਾਂਗੇ ਬੇਟੇ ਜਿਵੇਂ ਆਪਾਂ ਅਰਲੀਅਰ ਕਰਦੇ ਸੀਗੇ। ਬਾਕੀ ਹੋਲ ਅਰੇਂਜਮੈਂਟ ਇਜ਼ ਸੇਮ ਬੇਟਾ ਐਜ਼ ਬਿਫੋਰ। ਇੱਥੇ ਵੀ ਰਾਜੇ ਸੇਮ ਪ੍ਰੋਸੈਸ ਹੋਊਗਾ। ਪਹਿਲਾਂ ਆਪਾਂ ਕੀ K1 ਨੂੰ ਬੇਟਾ ਕਲੋਜ਼ ਕਰਾਂਗੇ, ਉਹਦੇ ਕੋਰਸਪੋਂਡਿੰਗ ਪੁਆਇੰਟ ਨੂੰ ਫਾਈਂਡ ਆਊਟ ਕਰਾਂਗੇ। ਫਿਰ ਸੈਕਿੰਡ ਕੇਸ ਦੇ ਵਿੱਚ ਬੇਟਾ ਕੀ K2 ਨੂੰ ਕਲੋਜ਼ ਕਰਾਂਗੇ, ਦੈਨ ਆਪਾਂ ਉਸਦੇ ਕੋਰਸਪੋਂਡਿੰਗ ਟਰਮੀਨਲ ਜੋ ਪੋਟੈਂਸ਼ੀਅਲ ਡਿਫਰੈਂਸ ਉਸ ਨੂੰ ਫਾਈਂਡ ਆਊਟ ਕਰਾਂਗੇ। ਫਿਰ ਅਗੈਨ ਦੋਨਾਂ ਨੂੰ ਬੇਟਾ ਕੀ ਕਰਾਂਗੇ, ਦੋਨਾਂ ਨੂੰ ਯੂਜ਼ ਕਰਕੇ ਅਸੀਂ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਨੂੰ ਫਾਈਂਡ ਆਊਟ ਕਰਾਂਗੇ। ਸੋ ਪ੍ਰੋਸੀਜਰ ਬੇਟੇ, ਫਰਸਟਲੀ we will close the key K1 and find the point say J on the wire AB so that galvanometer shows no deflection. At this stage beta potential difference across A and J is equal to the EMF. So beta same process ਆਪਾਂ epsilon equals to AJ1 kita according to the principle of potentiometer potential difference is proportional to the length। so at the end we will get epsilon equals to KL1 as beta same as ਜੋ ਆਪਾਂ ਫਸਟ ਆਰਟੀਕਲ ਦੇ ਵਿੱਚ ਕੀਤਾ ਹੈ। ਨਾਓ ਬੇਟੇ ਅਗੇਨ ਸੇਮ ਪ੍ਰੋਸੈਸ ਇਨ ਦ ਸਟੈਪ 2 we will close the key K2। when we will close the ਬੇਟਾ key K2 ਤਾਂ ਉੱਥੇ ਬੇਟਾ ਜੋ ਰੈਜ਼ਿਸਟੈਂਸ ਹੈ ਉਹ ਕਨੈਕਟਡ ਹੈ ਅਕਰੋਸ ਦਾ ਸੈੱਲ। ਠੀਕ ਹੈ ਜੀ, ਉਸਦੇ ਕੋਰਸਪੋਂਡਿੰਗ ਬੇਟਾ ਆਪਾਂ ਪੁਆਇੰਟ ਨੂੰ ਫਾਈਂਡ ਆਊਟ ਕੀਤਾ। ਸਪੋਜ਼ ਕਰ ਲਿਆ J ਡੈਸ਼ ਸੀਗਾ, ਉਹਦੇ ਕੋਰਸਪੋਂਡਿੰਗ ਬੇਟੇ ਜੋ potential difference of the cell is equal to the potential difference across the AJ dash। ਤਾਂ ਬੇਟਾ ਇੱਥੇ ਜੋ ਐਪਸਿਲਨ ਲੈਂਦੇ ਸੀ, ਐਪਸਿਲਨ ਦੀ ਜਗ੍ਹਾ ਤੇ ਇੱਥੇ ਆਪਾਂ ਕੀ ਲਵਾਂਗੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਲਵਾਂਗੇ ਕਿਉਂਕਿ ਬੇਟਾ ਹੁਣ ਸਾਡਾ ਰੈਜ਼ਿਸਟੈਂਸ ਆਰ ਵੀ ਵਿੱਚ ਇੰਟਰੋਡਿਊਸ ਹੋ ਗਿਆ ਤਾਂ V ਇਕੁਅਲਸ ਟੂ VAJ dash। ਅਗੇਨ ਬੇਟਾ potential difference proportional to the length of that portion proportional to the L2 at the end V equals to KL2। now bete divide both the equations epsilon by V equals to L1 by L2। and also beta we know that internal resistance of a cell is given by R equals to epsilon by V minus 1 into R। ਨਾ ਬੇਟਾ ਹੁਣੇ ਆਪਾਂ ਫਾਈਂਡ ਕਰਕੇ ਆਏ ਕਿ ਐਪਸਿਲਨ ਬਾਈ V ਇਕੁਅਲਸ ਟੂ ਕਿਹਦੇ ਬੇਟੇ L1 ਬਾਈ L2 ਪੁੱਟ ਕੀਤਾ ਬੇਟਾ, R ਦੀ ਵੈਲਿਊ ਆ ਗਈ। ਠੀਕ ਹੈ ਜੀ, ਇਸ ਨੂੰ ਆਪਾਂ ਐਲਸੀਐਮ ਲੈ ਕੇ ਬੇਟੇ R ਦੀ ਜੋ R ਕੀ ਹੈ ਬੇਟਾ ਇੰਟਰਨਲ ਰੈਜ਼ਿਸਟੈਂਸ ਆਫ ਦ ਸੈੱਲ ਹੈ। ਤਾਂ ਬੇਟਾ ਇਸ ਟਾਈਪ ਦੇ ਨਾਲ ਆਪਾਂ ਪੋਟੈਂਸ਼ੀਓਮੀਟਰ ਦੇ ਨੂੰ ਯੂਜ਼ ਕਰਕੇ ਇੰਟਰਨਲ ਰੈਜ਼ਿਸਟੈਂਸ ਆਫ ਸੈੱਲ ਵੀ ਫਾਈਂਡ ਆਊਟ ਕਰ ਸਕਦੇ ਹਾਂ। ਥਰਡ ਐਪਲੀਕੇਸ਼ਨ ਇਜ਼ ਮੇਜਰਮੈਂਟ ਆਫ ਅਨਨੋਨ ਸਮਾਲ ਰੈਜ਼ਿਸਟੈਂਸ ਯੂਜ਼ਿੰਗ ਪੋਟੈਂਸ਼ੀਓਮੀਟਰ। ਹੁਣ ਬੇਟਾ ਆਪਾਂ ਪੋਟੈਂਸ਼ੀਓਮੀਟਰ ਨੂੰ ਯੂਜ਼ ਕਰਕੇ ਕੋਈ ਵੀ ਸਮਾਲ ਜੋ ਰੈਜ਼ਿਸਟੈਂਸ ਹੈ ਅਨਨੋਨ ਹੈ ਉਸ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਉਹਦੇ ਲਈ ਬੇਟੇ ਸਾਡੇ ਕੋਲ ਜੋ ਅਰੇਂਜਮੈਂਟ ਹੈ ਉਹ ਇਸ ਟਾਈਪ ਦਾ ਅਰੇਂਜਮੈਂਟ ਹੋਊਗਾ। ਦੇਖੋ ਅੱਪਰ ਜੋ ਸਾਰਾ ਕਨੈਕਸ਼ਨ ਸੀ ਬੇਟੇ ਸੇਮ ਨੇ। ਠੀਕ ਹੈ, ਹੁਣ ਇੱਥੇ ਕੀ ਕੀਤਾ ਬੇਟਾ ਇਨ ਦ ਐਂਡਸ A ਐਂਡ B ਆਪਾਂ ਇੱਕ ਅਨਨੋਨ ਰੈਜ਼ਿਸਟੈਂਸ ਨੂੰ ਇੰਟਰੋਡਿਊਸ ਕਰਤਾ ਬੇਟਾ ਜਿਸ ਨੂੰ ਅਸੀਂ ਫਾਈਂਡ ਆਊਟ ਕਰਨਾ ਹੈ। ਇੱਕ R ਕੀ ਹੈ ਬੇਟੇ ਸਾਡੀ ਨੋਨ ਰੈਜ਼ਿਸਟੈਂਸ ਹੈ ਔਰ ਇੱਥੋਂ ਆਪਾਂ G ਨੂੰ ਬੇਟਾ G ਮੀਨਸ ਗਲਵੈਨੋਮੀਟਰ ਹੈ ਉਸ ਦੇ ਨਾਲ ਜੋਕੀ ਨੂੰ ਅਟੈਚ ਕਰਤਾ। ਤੇ ਇਹ ਆਪਣੇ ਕੋਲ ਬੇਟੇ ਸਰਕਿਟ ਅਰੇਂਜਮੈਂਟ ਹੈ ਜਿਹੜਾ ਅਸੀਂ ਯੂਜ਼ ਕਰਨਾ ਹੈ ਕਾਹਦੇ ਲਈ ਬੇਟਾ when we will find the unknown value of a resistance। ਇਸ ਦੇ ਵਿੱਚ ਆਪਾਂ ਕਰਨਾ ਕੀ ਹੈ, ਇਸ ਦੇ ਵਿੱਚ ਆਪਾਂ ਬੇਟਾ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਨੂੰ ਯੂਜ਼ ਕਰਾਂਗੇ। ਠੀਕ ਹੈ ਜੀ, ਉਹਦੇ ਵਾਸਤੇ ਕਰਾਂਗੇ ਕਿਵੇਂ ਬੇਟੇ ਜਿਵੇਂ ਆਪਾਂ K1 ਨੂੰ ਕੀ ਕਰਦੇ ਹਾਂ ਕਲੋਜ਼ ਕਰ ਦਿੰਦੇ ਹਾਂ, ਕਲੋਜ਼ ਕਰਕੇ ਆਪਾਂ ਫਾਈਂਡ ਕਰਦੇ ਹਾਂ ਪੁਆਇੰਟ, ਉਹ ਸਪੋਜ਼ ਕਰ ਲੈਂਦੇ ਹਾਂ ਕਿ J ਪੁਆਇੰਟ ਸੀਗਾ। ਹੁਣ ਇਸ J ਪੁਆਇੰਟ ਦੇ ਉੱਤੇ ਆਪਾਂ ਸਪੋਜ਼ ਕਰ ਲਿਆ ਬੇਟੇ A ਤੋਂ ਲੈ ਕੇ J ਦੀ ਲੈਂਥ ਕਿੰਨੀ ਹੈ L1 ਹੈ ਔਰ J ਤੋਂ ਲੈ ਕੇ B ਤੱਕ ਦੀ ਲੈਂਥ ਕਿੰਨੀ ਹੈ L2 ਹੈ।
और उस तो बाद आप इस कर लें कि इस दे कॉरसपोंडिंग बेटे ये रजिस्टेंस सी, इस दे कॉरसपोंडिंग दिस वन रजिस्टेंस सी, तो बेटे 4 आर्म्स बन जाएगियाँ। 4 आर्म्स नूं की करांगे बेटे आप वैल्यू पुट करके अपने कोल जो अननोन रजिस्टेंस है एस है उसकी वैल्यू नूं फाइंड आउट कर लांगे। नाउ प्रोसीजर, close key K1, find the point J on the wire AB of the potentiometer such that galvanometer shows no deflection. Read AJ and JB on the scale and let these be L1 and L2 respectively. तो आप सपोज कर लिया कि ਇਹਦੀ लेंथ बेटा L1 है, इसकी लेंथ L2 है। Let P and Q are the resistance of the wire of length L1 and L2 respectively. आप सपोज कर लिया बेटे P ਦੇ corresponding जो P resistance है वो किस दे corresponding है L1 ਦੇ है और Q की है बेटे L2 ਦੇ है। ठीक है जी। तो it means if R is the resistance of the wire per unit length ਤਾਂ बेटे ਆਪਾਂ P ਨੂੰ ਐਵੇਂ ਲਿਖ ਸਕਦੇ ਹਾਂ R into L1। ठीक है जी, क्योंकि ਆਪਾਂ ਕਿਹਾ ਕਿ पर यूनिट है, पर यूनिट है ਤਾਂ अगर आर है बेटे यूनिट लेंथ है तो होल ਦੇ ਵਿੱਚ ਜਦੋਂ फाइंड करांगे तो होल लेंथ ਨਾਲ मल्टीप्लाई कर देंगे तो की आ जाऊगा आर इंटू L1। सिमिलरली बेटे Q इक्वल्स टू आर इंटू L2, क्योंकि आर की बेटे यूनिट लेंथ दी है, जिन्नी अपने कोल सारी लेंथ है अगर उसनों मल्टीप्लाई कर देंगे तो अपने कोल टोटल रजिस्टेंस आ जाऊगा। दैन आप की करांगे राजे यूज़ करांगे व्हीटस्टोन ब्रिज प्रिंसिपल P/Q S/R। बेटा वैल्यूज़ पुट कीतियां, S की वैल्यू फाइंड आउट कर ली तो S की है बेटे साडी अननोन रजिस्टेंस है। सो यूजिंग दिस रिलेशन द अननोन स्मॉल रजिस्टेंस S कैन बी मेजर्ड। फॉर दिस बेटा सम प्रिकॉशनस आर देयर जिन्होंने असीं ध्यान रखना है राजे। फर्स्ट, स्लाइडिंग ऑफ द जॉकी ऑन द वायर शुड नॉट बी अलाउड। बेटा जो इस केस दे विच पोटेंशियोमीटर के केस दे विच है बेटे असीं कभी भी जॉकी नूं बेटा मूव नहीं करांगे उसदे उत्ते। This precaution is must avoid to damage of the wire as well error due to change in diameter and resistance। बेटा अगर उसनों आपां टाइटली प्रेस करते हैं स्लाइड करते हैं, ठीक है जी बेटा पोटेंशियोमीटर के केस दे विच जदों भी आपां इस पॉइंट नूं फाइंड आउट करते हैं ना तो वो वास्ते की करते हैं आपां थोड़ा थोड़ा उसनों बेटे उपर वाल नूं चक के डिफरेंट पॉइंट्स नूं फाइंड आउट करते हैं। आपां स्लाइड नहीं करांगे। स्लाइड करन दे नाल की है बेटे स्लाइड क्यों नहीं करते हैगे, इस दे नाल बेटा किहड़ियां एरर्स जिहड़ियां ने उन्हां तो असीं उन्हां नूं अवॉइड कर सकते हैं। फर्स्ट की है बेटे डायमीटर चेंज हो सकता है, क्योंकि जदों उसनूं आपां स्लाइड करांगे समटाइम्स हो सकता है कि उस वायर का जो डायमीटर है वो चेंज हो जाए, तो डायमीटर चेंज होने दे नाल की होगा बेटे रजिस्टेंस भी चेंज होगी। तो इस करके बेटे स्लाइडिंग ऑफ जिहड़ी जॉकी है ऑन द वायर शुड नॉट बी अलाउड। नेक्स्ट बेटे all connections should be made with thin copper wire or strips। बेटा ऑलवेज आप जो कनैक्शनस नूं अटैच करना उहदे लई आपां थिक कॉपर वायरस और स्ट्रिप्स नूं यूज़ करांगे। थर्ड, ऑल कनैक्शनस शुड बी टाइट बेटे। फोर्थ, की शुड बी टेकन आउट आफ्टर एवरी रीडिंग टू अवॉइड द अननैसेसरी हीटिंग अप ऑफ द वायर। बेटे इस दे विच की है कि जदों भी आपां रीडिंग लै ली नाल दी नाल आपां की नूं की है बेटे बाहर कढ़ देंगे, उसनूं सर्किट नूं ओपन कर देंगे तां जो नसैसरी अननसैसरी हीटिंग है वायर की वो ना हो सके। तो बेटे ये जिहड़ियां प्रिकॉशनस ने असीं माइंड दे विच रखनियां ने जदों आपां पोटेंशियोमीटर दे नाल वर्क करांगे। नैक्सट एप्लीकेशन बेटा डिटर्मिनेशन ऑफ पोटेंशियल डिफरेंस यूजिंग पोटेंशियोमीटर। हुण आपां बेटा पोटेंशियोमीटर नूं यूज़ करांगे पोटेंशियल डिफरेंस नूं फाइंड आउट करन लई। उस दे वास्ते बेटा अपने कोल जो सर्किट डायग्राम है गिवन है जिस दे विच बेटा बैटरी है ऑफ EMF एप्सिलॉन है बेटा कनैक्टेड द बिटवीन टर्मिनल्स A एंड B दे विच बेटे आपां EMF एप्सिलॉन वाली बैटरी लगाई जिस दे नाल बेटे आपां एमीटर A1 रजिस्टेंस बॉक्स R एंड की K है बेटा उसनूं आपां अटैच किया बेटे। दिस सर्किट इज़ कॉल्ड द ऑक्सिलरी सर्किट। द एंड्स ऑफ R1 आर कनैक्टेड टू द टर्मिनल A। हुण बेटे आपां की कीता एक होर R1 रजिस्टेंस लिया जिस दे कनैक्शन की ने बेटे उसका एक एंड आप A दे नाल अटैच किया, दूसरा एंड है जिहड़ा बेटे उसनूं असीं कनैक्ट किया गलवैनोमीटर दे नाल। गलवैनोमीटर थ्रू गलवैनोमीटर दे नाल आपां जॉकी नूं अटैच किया। एक सैल है बेटा एप्सिलॉन F है जिसनूं असीं इंट्रोड्यूस किया विद K1 दे नाल कनैक्टेड थ्रू द R1, तो इसनूं आपां R1 दे थ्रू अटैच किया। नाउ बेटा वर्किंग एंड थ्योरी। Close the key K and taken out suitable resistance R from the resistance box so that fall of potential across the potentiometer is greater than the potential to be measured। बेटा जदों असीं की K नूं क्लोज करांगे
ਔਰ ਉਸ ਤੋਂ ਬਾਅਦ ਜੋ ਰੈਜ਼ਿਸਟੈਂਸ ਬਾਕਸ ਹੈ ਉਸ ਦੇ ਵਿੱਚੋਂ ਕੋਈ ਵੀ ਸੁਟੇਬਲ ਰੈਜ਼ਿਸਟੈਂਸ ਨੂੰ ਆਊਟ ਕਰ ਦਾਂਗੇ। ਉਹ ਕਿਉਂ ਕਰਾਂਗੇ? ਤਾਂ ਜੋ ਜਿਹੜਾ ਫਾਲ ਆਫ ਪੋਟੈਂਸ਼ੀਅਲ ਹੈ ਬੇਟੇ ਪੋਟੈਂਸ਼ੀਓਮੀਟਰ ਦੇ ਵਿੱਚ ਉਹ ਗ੍ਰੇਟਰ ਹੋਣਾ ਚਾਹੀਦਾ ਹੈ ਜਿਹੜਾ ਪੋਟੈਂਸ਼ੀਅਲ ਅਸੀਂ ਮੈਜ਼ਰ ਕਰ ਰਹੇ ਹਾਂ। ਇਸ ਸਰਕਿਟ ਦੇ ਵਿੱਚ ਦੇਖੋ ਬੇਟੇ, ਇਹ ਸਾਡੀ ਇੱਥੇ ਕੇ ਕੀ ਹੈ, ਇਸ ਨੂੰ ਕਲੋਜ਼ ਕਰਕੇ ਇਹ ਸਾਡਾ ਰੈਜ਼ਿਸਟੈਂਸ ਬਾਕਸ ਹੈ। ਇਸ ਦੇ ਵਿੱਚੋਂ ਅਸੀਂ ਕੀ ਕਰਨੀ ਹੈ, ਕੋਈ ਵੀ ਸੁਟੇਬਲ ਰੈਜ਼ਿਸਟੈਂਸ ਹੈ ਉਸ ਨੂੰ ਆਊਟ ਕਰਨਾ ਹੈ। ਠੀਕ ਹੈ ਜੀ, ਤਾਂ ਜੋ ਪੋਟੈਂਸ਼ੀਅਲ ਡਿਫਰੈਂਸ ਹੈ ਅਕਰੋਸ ਦਾ ਬੇਟੇ ਪੋਟੈਂਸ਼ੀਓਮੀਟਰ ਉਹ ਕੀ ਹੋਣਾ ਚਾਹੀਦਾ, ਜ਼ਿਆਦਾ ਹੋਣਾ ਚਾਹੀਦਾ ਹੈ ਕੰਪੈरेटिवली, ਜਿਸ ਦਾ ਅਸੀਂ ਫਾਈਂਡ ਆਊਟ ਕਰਨਾ ਹੈ। ਇਟ ਕੈਨ ਬੀ ਚੈੱਕਡ ਬਾਈ ਡਿਫਰੈਂਟ ਡਾਇਰੈਕਸ਼ਨ ਡਿਫਲੈਕਸ਼ਨਸ ਆਫ ਗਲਵੈਨੋਮੀਟਰ। ਬੇਟਾ ਜੋ ਤੁਹਾਨੂੰ ਅਰਲੀਅਰ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਕਿਵੇਂ ਕਨੈਕਸ਼ਨਸ ਨੂੰ ਚੈੱਕ ਕਰਾਂਗੇ। ਏ ਪੁਆਇੰਟ ਔਰ ਬੀ ਪੁਆਇੰਟ ਦੇ ਉੱਤੇ ਬੇਟਾ ਜੋਕੀ ਨੂੰ ਰੱਖ ਕੇ ਗਲਵੈਨੋਮੀਟਰ ਦੀ ਜੋ ਡਿਫਲੈਕਸ਼ਨ ਹੈ ਅਗਰ ਅਪੋਜ਼ਿਟ ਹੈ ਤਾਂ ਇਟ ਮੀਨ ਸਾਡੇ ਕਨੈਕਸ਼ਨਸ ਕੀ ਨੇ ਬੇਟੇ, ਕਰੈਕਟ ਨੇ। ਹੁਣ ਅੱਗੇ ਕੀ ਕਰਾਂਗੇ ਬੇਟਾ, ਸੇਮ ਪ੍ਰੋਸੈਸ ਹੈ ਸਭ ਦੇ ਵਿੱਚ। ਜਿਸ ਦਾ ਅਸੀਂ ਫਾਈਂਡ ਆਊਟ ਕਰਨਾ ਉਸ ਦੇ ਨਾਲ ਆਪਾਂ ਇੱਕ ਕੀ ਨੂੰ ਅਟੈਚ ਕਰ ਦਿੰਦੇ ਹਾਂ। ਉਸ ਕੀ ਨੂੰ ਬੇਟੇ ਕਲੋਜ਼ ਕੀਤਾ ਔਰ ਅਗੇਨ ਅਸੀਂ ਫਿਰ ਪੁਆਇੰਟ ਨੂੰ ਫਾਈਂਡ ਕੀਤਾ। ਉਸ ਪੁਆਇੰਟ ਦੇ ਅਕੋਰਡਿੰਗ ਬੇਟੇ ਸਾਡੇ ਕੋਲੇ ਜੇ ਪੁਆਇੰਟ ਆ ਜਾਂਦਾ ਹੈ। ਜੇ ਪੁਆਇੰਟ ਦੇ ਉੱਤੇ ਦੋਨਾਂ ਦਾ ਪੋਟੈਂਸ਼ੀਅਲ ਡਿਫਰੈਂਸ ਸੇਮ ਹੁੰਦਾ ਹੈ। ਠੀਕ ਹੈ ਜੀ, ਤਾਂ ਉਹਦੇ ਅਕੋਰਡਿੰਗ ਬੇਟੇ ਵੀ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਐਲ ਆ ਗਿਆ। ਪ੍ਰਪੋਰਸ਼ਨਲ ਨੂੰ ਹਟਾਇਆ ਕੇ ਐਲ ਆ ਗਿਆ। ਹੁਣ ਆਪਾਂ ਸਪੋਜ਼ ਕਰ ਲਿਆ ਬੇਟੇ, ਅਗਰ ਆਰ ਹੈ ਜੋ ਰੈਜ਼ਿਸਟੈਂਸ ਆਫ ਦਾ ਵਾਇਰ ਆਫ ਲੈਂਥ ਐਲ ਹੈ, ਅਗਰ ਆਪਾਂ ਸਪੋਜ਼ ਕਰ ਲਿਆ ਕਿ ਲੈਂਥ ਹੈ ਵਾਇਰ ਦੀ ਐਲ ਹੈ, ਉਸ ਦੀ ਜੋ ਰੈਜ਼ਿਸਟੈਂਸ ਹੈ ਆਰ ਹੈ, ਤਾਂ ਕਰੰਟ ਉਸ ਵਾਇਰ ਦੇ ਥਰੂ ਕੀ ਹੋਗਾ ਬੇਟੇ, I ਇਕੁਅਲਸ ਟੂ V ਬਾਈ ਆਰ। V ਕੀ ਹੋ ਗਿਆ ਸਾਡਾ ਐਪਸਿਲਨ ਹੈ ਬੇਟੇ, R ਕੀ ਹੋਗੀ ਟੋਟਲ ਰੈਜ਼ਿਸਟੈਂਸ ਹੋਗੀ ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ, ਮਤਲਬ ਕਿ ਜੋ ਵਾਇਰ ਦੇ ਅਕਰੋਸ ਲਈ ਸੀਗੀ ਔਰ ਇੱਕ ਆਪਾਂ ਜੋ ਆਪਣੇ EMF ਦੇ ਅਕਰੋਸ ਕਨੈਕਟ ਕੀਤਾ ਬੇਟੇ, ਦੋਨਾਂ ਨੂੰ ਐਡ ਕਰਕੇ ਤਾਂ I ਇਕੁਅਲਸ ਟੂ ਕੀ ਆ ਗਿਆ ਐਪਸਿਲਨ ਬਾਈ R ਪਲੱਸ R। ਨਾਓ ਬੇਟੇ potential drop across the potential wire I into R, V equals to बेटे I into R, I वैल्यू फाइंड कर ली बेटे, R एज इट इज आ गया। ठीक है जी, और बेटा सानू ये भी पता है कि जो पोटेंशियल ग्रेडियंट होंगे वो की होंगे बेटे V बाई L। बेटे इस तो पहलों वाली वीडियोज़ के विच आपां पोटेंशियल ग्रेडियंट बारे भी गल कीती सीगी। ठीक है, जो आप पोटेंशियोमीटर और इसके प्रिंसीपल की गल कर रहे सी। अगर तुहानू इसकी डिटेल चाहिए तो बेटा वीडियो नू जरूर देखियो। ठीक है जी, पोटेंशियल ग्रेडियंट की है बेटे V बाई L है, फॉल ऑफ पोटेंशियल पर यूनिट लेंथ। ਹੁਣ ਬੇਟਾ V ਦੀ ਜੋ ਵੈਲਿਊ ਸੀ ਉਹ ਆਪਾਂ ਕੀ ਹੈ ਉੱਪਰ ਫਾਈਂਡ ਆਊਟ ਕਰਕੇ ਆਏ ਹਾਂ, ਤਾਂ ਉਸ ਨੂੰ ਡਿਵਾਈਡ ਕਰ ਦਾਂਗੇ L ਦੇ ਨਾਲ, ਪੋਟੈਂਸ਼ੀਅਲ ਗ੍ਰੇਡੀਐਂਟ ਆ ਜਾਊਗਾ। ਸੋ ਬੇਟਾ ਬਾਈ ਯੂਜ਼ਿੰਗ ਇਕੁਏਸ਼ਨ 2 V ਸੀਗਾ ਬੇਟੇ, ਫਾਈਂਡ ਕਰ ਲਿਆ ਸੀ, ਡਿਵਾਈਡ ਕਰਤਾ L। ਨਾਓ ਫਰੋਮ ਇਕੁਏਸ਼ਨ 1 V ਇਕੁਅਲਸ ਟੂ ਕੀ ਸੀ ਬੇਟੇ KL, K ਦੀ ਵੈਲਿਊ ਪੁੱਟ ਕਰਤੀ ਬੇਟਾ, ਤਾਂ ਐਟ ਦ ਐਂਡ ਵੀ ਵਿਲ ਗੈਟ ਦ ਵੈਲਿਊ ਫॉर V, ਹੈਂਸ V ਕੈਨ ਬੀ ਕੈਲਕੂਲੇਟਡ ਬਾਈ ਯੂਜ਼ਿੰਗ ਦਿਸ ਫਾਰਮੂਲਾ। ਸੋ ਬੇਟੇ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਵੇਰੀਅਸ ਐਪਲੀਕੇਸ਼ਨਸ ਆਫ ਪੋਟੈਂਸ਼ੀਓਮੀਟਰ ਨੇ ਜੋ ਉਹ ਸਾਰੀਆਂ ਡਿਸਕਸ ਕਰ ਲਈਆਂ। ਇਹ ਆਰਟੀਕਲ ਬੇਟਾ ਬਹੁਤ ਇੰਪੋਰਟੈਂਟ ਹੈ, ਤਾਂ ਤੁਸੀਂ ਸਾਰੇ ਅੱਛੀ ਤਰ੍ਹਾਂ ਕਰੋਗੇ।